ਪਟਿਆਲੇ ਦੇ ਵਿੱਚ ਜਿਹੜੀ ਹਿੰਸਾ ਵਾਪਰੀ ਹੈ ਉਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਮਾਸਟਰਮਾਈਂਡ ਕੌਣ ਸੀ? ਕਿਸੇ ਨੂੰ ਮੁੱਖ ਦੋਸ਼ੀ ਕਰਾਰ ਕੇ ਦੇਣਾ ਇਹ ਮੇਰਾ ਤੇ ਤੁਹਾਡਾ ਇਹ ਸਾਡੇ ਪ੍ਰਵਿਊ 'ਚ ਹੀ ਹੈ ਨਹੀਂ ਕਿ ਜਿਹੜਾ ਇੱਕ 9 ਮਾਸ ਦਾ ਰਿਸ਼ਤਾ ਹੈਗਾ ਤੁਸੀਂ ਉਹਨੂੰ ਠੇਸ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਹੋ ਇਸ ਦੀ ਜ਼ਿੰਮੇਵਾਰੀ ਤਾਂ ਸਿਰਫ ਸਰਕਾਰ ਤੇ ਜਾਂਦੀ ਹੈ, ਕਿਸੇ ਹੋਰ ਤੇ ਨਹੀਂ ਜਾਂਦੀ। ਤੁਸੀਂ ਹਰ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਹੈ, ਨਾਕਾਮ ਕਰਨ ਦੀ ਕੋਸ਼ਿਸ਼ ਕਰਨੀ ਹੈ, ਨਾ ਕਿ ਮਾਹੌਲ ਬਣਾ ਕੇ ਫਿਰ ਐਕਸ਼ਨ ਕਰਨ ਦੀ ਕੋਸ਼ਿਸ਼ ਕਰਨੀ ਹੈ। ਉਹ ਐਕਸ਼ਨ ਹੀ ਡਿਲੇਡ ਹੈ। ਤੁਸੀਂ ਦੇਖੋ ਇੱਕ ਐਕਸ਼ਨ ਤੁਸੀਂ ਇਮੀਡੀਏਟਲੀ ਆਪ ਲੈ ਲੈਣਾ, ਇੱਕ ਤੁਸੀਂ ਦਿੱਲੀ ਤੋਂ ਲੈਣਾ। ਦਿੱਲੀ ਵਾਲੇ ਗੁਜਰਾਤ ਬੈਠੇ ਹੋ, ਗੁਜਰਾਤ 'ਚ ਅਨਾਉਂਸ ਕਰ ਰਹੇ ਆ ਵੀ ਅਸੀਂ ਪੰਜਾਬ 'ਚ ਹੋਣ ਨਹੀਂ ਦੇਣਾ। ਇਹ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਔਰ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਨਿਗਰਾਨੀ ਹੇਠ ਹੁੰਦਾ। ਇਹ ਹੱਕ ਉਹਨਾਂ ਨੂੰ ਬਣਦਾ ਹੈ ਇਹ ਦੇਣ ਦਾ। ਤੇ ਜਦੋਂ ਤੁਸੀਂ ਹੱਕ ਹੀ ਗੁਜਰਾਤ ਤੱਕ ਪਹੁੰਚਾ ਤੇ ਦਿੱਲੀ ਪਹੁੰਚਾ ਕੇ ਤਾਂ ਜਿਹੜੀਆਂ ਦੇਰੀਆਂ ਹੁੰਦੀਆਂ ਉਹਦਾ ਖਮਿਆਜਾ ਪੰਜਾਬ ਨੂੰ ਤੇ ਆਮ ਪਬਲਿਕ ਨੂੰ ਭੁਗਤਣਾ ਪੈ ਰਿਹਾ। ਪਟਿਆਲਾ ਦੇ ਵਿੱਚ ਵਾਪਰੀ ਹਿੰਸਕ ਘਟਨਾ ਤੋਂ ਬਾਅਦ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਮੌਜੂਦਾ ਸਰਕਾਰ ਦੇ ਉੱਪਰ ਦੋਸ਼ ਲਗਾ ਰਹੀਆਂ ਨੇ ਕਿ ਸਰਕਾਰ ਦਾ ਫੇਲੀਅਰ ਹੈ ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਸਾਡੇ ਨਾਲ ਕੈਪਟਨ ਸੰਦੀਪ ਸੰਧੂ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਕੈਪਟਨ ਸਾਹਿਬ, ਪਟਿਆਲਾ ਦੇ ਵਿੱਚ ਘਟਨਾ ਵਾਪਰਦੀ ਹੈ, ਮੌਜੂਦਾ ਸਰਕਾਰ ਦੇ ਉੱਪਰ, ਆਪ ਸਰਕਾਰ ਦੇ ਉੱਪਰ ਦੋਸ਼ ਲੱਗ ਰਹੇ ਨੇ ਕਿ ਸਰਕਾਰ ਨੇ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਈ। ਅੱਜ ਤੁਹਾਡੀ ਵੀ ਇੱਥੇ ਮੀਟਿੰਗ ਹੈ, ਗਵਰਨਰ ਤੋਂ ਸਮਾਂ ਮੰਗਿਆ ਗਿਆ ਹੈ, ਕੀ ਮਸਲਾ ਹੈ? ਨਹੀਂ, ਜਿਹੜੀ ਸਾਡੀ ਇੱਥੇ ਮੀਟਿੰਗ ਹੋ ਰਹੀ ਹੈ ਜੀ ਉਹ ਤਾਂ ਇੱਕ ਪਾਰਟੀ ਆਰਗੇਨਾਈਜੇਸ਼ਨ ਦੀ ਆਪਦੀ ਅੰਦਰੂਨੀ ਮੀਟਿੰਗ ਹੈ ਜਿਸ ਦੇ ਵਿੱਚ ਵੱਖ-ਵੱਖ ਜਿਹੜੀਆਂ ਸਾਡੀਆਂ ਆਰਗੇਨਾਈਜੇਸ਼ਨ ਦੇ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਦੇ ਹੈਡਸ ਆ ਉਹਨਾਂ ਨੂੰ ਬੁਲਾਇਆ ਗਿਆ। ਜਿੱਥੋਂ ਤੱਕ ਗਵਰਨਰ ਸਾਹਿਬ ਨੂੰ ਮਿਲਣ ਦਾ ਮਸਲਾ ਹੈਗਾ ਉਹਦੇ ਵਿੱਚ ਸਾਡੇ ਪ੍ਰਧਾਨ ਸਾਹਿਬ, ਵਰਕਿੰਗ ਪ੍ਰਧਾਨ ਸਾਹਿਬ ਔਰ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਇੱਕ ਡੈਲੀਗੇਸ਼ਨ ਜਿਹੜਾ ਹੈਗਾ ਉਸ ਜਿਹੜੇ ਸਟੇਟ ਦੇ ਹੈੱਡ ਗਵਰਨਰ ਸਾਹਿਬ ਹੁੰਦੇ ਆ ਔਰ ਇੱਕ ਰਾਜਨੀਤਿਕ ਪਾਰਟੀ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਉਹਨਾਂ ਦਾ ਇੱਕ ਜ਼ਿੰਮੇਵਾਰੀ ਵੀ ਹੁੰਦੀ ਹੈ। ਉਸ ਦੇ ਤਹਿਤ ਮਾਨਯੋਗ ਗਵਰਨਰ ਸਾਹਿਬ ਤੋਂ ਸ਼ਨੀਚਰਵਾਰ ਨੂੰ ਟਾਈਮ ਮੰਗਿਆ ਸੀ ਮਿਲਣ ਦਾ, ਜਿਸ ਦੇ ਤਹਿਤ ਸ਼ਾਇਦ ਅੱਜ ਕਿਸੇ ਟਾਈਮ ਉਹ ਟਾਈਮ ਤੇ ਸਮਾਂ ਤੇ ਦਿਨ ਦੱਸ ਦੇਣਗੇ ਔਰ ਜੋ ਵੀ ਮਸਲੇ ਹੈਗੇ ਸਟੇਟ ਦੇ ਉਹ ਸਾਰੇ ਜਿਹੜੀ ਹੈਗੀ ਹੈ ਸਟੇਟ ਉਹਨਾਂ ਦੇ ਅੱਗੇ ਰੱਖੂਗੀ। ਮੌਜੂਦਾ ਮਸਲਾ ਸਭ ਤੋਂ ਵੱਡਾ ਪਟਿਆਲੇ ਦਾ ਹੈ। ਪਟਿਆਲੇ ਦੇ ਵਿੱਚ ਜਿਹੜੀ ਹਿੰਸਾ ਵਾਪਰੀ ਹੈ ਉਸ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਨੇ। ਤੁਹਾਨੂੰ ਕੀ ਲੱਗਦਾ ਮਾਸਟਰਮਾਈਂਡ ਕੌਣ ਸੀ? ਬਰਜਿੰਦਰ ਪਰਵਾਨਾ, ਜਿਹੜੇ ਸ਼ਿਵ ਸੈਨਾ ਵਾਲੇ, ਜਾਂ ਕੋਈ ਹੋਰ? ਕਿਉਂਕਿ ਮੌਜੂਦਾ ਪ੍ਰਸ਼ਾਸਨ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਬਰਜਿੰਦਰ ਪਰਵਾਨਾ ਮਾਸਟਰਮਾਈਂਡ ਸੀ। ਹਾਲਾਂਕਿ ਦੂਜੇ ਪਾਸੇ ਸਿੱਖ ਭਾਈਚਾਰੇ ਦੇ ਲੋਕ ਇਹ ਵੀ ਕਹਿ ਰਹੇ ਨੇ ਕਿ ਬਰਜਿੰਦਰ ਪਰਵਾਨਾ ਨੇ ਤਾਂ ਪਹਿਲਾਂ ਆਗਾਹ ਕੀਤਾ ਸੀ। ਤੁਹਾਨੂੰ ਕੀ ਲੱਗਦਾ ਕਿੱਥੇ ਕਮੀ ਰਹੀ? ਨਹੀਂ, ਸਭ ਤੋਂ ਜ਼ਰੂਰੀ ਕਿਸੇ ਦੋਸ਼ ਤੇ ਕਿਸੇ ਇਨਸਾਨ ਤੇ ਦੋਸ਼ ਲਾਉਣਾ, ਕਿਸੇ ਨੂੰ ਮੁੱਖ ਦੋਸ਼ੀ ਕਰਾਰ ਕੇ ਦੇਣਾ ਇਹ ਮੇਰਾ ਤੇ ਤੁਹਾਡਾ ਇਹ ਸਾਡੇ ਪ੍ਰਵਿਊ 'ਚ ਹੀ ਹੈ ਨਹੀਂ। ਇਹ ਮਾਨਯੋਗ ਅਦਾਲਤਾਂ ਦਾ ਹਿੱਸੇ ਆਉਂਦੀ ਹੈ ਜ਼ਿੰਮੇਵਾਰੀ। ਪਰ ਇੱਕ ਗੱਲ ਜ਼ਰੂਰ ਹੈ, ਭਾਵੇਂ ਪਰਵਾਨਾ ਸਾਹਿਬ ਦੀ ਗੱਲ ਕਰ ਲਓ ਜਾਂ ਮਿਸਟਰ ਸਿੰਗਲਾ ਦੀ ਗੱਲ ਕਰ ਲਓ, ਤੁਹਾਡਾ ਇੱਕ ਜਿਹੜਾ ਗਵਰਨਮੈਂਟ ਦਾ ਇੱਕ ਸਿਸਟਮ ਹੈ, ਇੱਕ ਸਟਰਕਚਰ ਹੈ, ਤੁਹਾਡੀ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਹੈ ਲਗਾਤਾਰ ਤੁਹਾਨੂੰ ਬਰੀਫ ਕਰਦੀਆਂ ਹਾਲਾਤਾਂ 'ਤੇ ਕੀ ਬਣ ਰਹੇ ਹੈ ਔਰ ਉਹਨਾਂ ਹਾਲਾਤਾਂ ਨੂੰ ਤੁਸੀਂ ਕਾਬੂ ਪਾਉਣ ਲਈ ਪਹਿਲਾਂ ਪ੍ਰੀਵੈਂਟਿਵ ਐਕਸ਼ਨ ਲੈਂਦੇ ਹੋ। ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਤੁਸੀਂ ਉਹ ਐਕਸ਼ਨ ਲੈਣ ਦੀ ਬਜਾਏ ਤੁਸੀਂ ਇੱਕ ਇਹੋ ਜਿਹਾ ਮਾਹੌਲ ਇੱਕ ਜ਼ਿਲ੍ਹੇ ਦੇ ਮਤਲਬ ਹੈੱਡਕੁਆਟਰ 'ਤੇ ਇੱਕ ਇਹੋ ਜਿਹੇ ਰਿਆਸਤੀ ਸ਼ਹਿਰ 'ਚ ਕਰ ਦਿੰਦੇ ਹੋ ਕਿ ਜਿਹੜਾ ਇੱਕ 9 ਮਾਸ ਦਾ ਰਿਸ਼ਤਾ ਹੈਗਾ ਜਿਸ ਰਿਸ਼ਤੇ ਨਾਲ ਸਦੀਆਂ ਪਰ ਸਦੀਆਂ ਇੱਥੇ ਅਮਨ ਤੇ ਸ਼ਾਂਤੀ ਰਹੀ ਆ, ਤਾਂ ਬਾਅਦ ਵੇਲੇ ਵੀ ਨਹੀਂ ਉਹ ਚੀਜ਼ ਭੰਗ ਹੋ ਸਕੀ। ਤੁਸੀਂ ਉਹਨੂੰ ਠੇਸ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਹੋ ਇਸ ਦੀ ਜ਼ਿੰਮੇਵਾਰੀ ਤਾਂ ਸਿਰਫ ਸਰਕਾਰ ਤੇ ਜਾਂਦੀ ਹੈ, ਕਿਸੇ ਹੋਰ ਤੇ ਨਹੀਂ ਜਾਂਦੀ। ਕਾਂਗਰਸ ਵਿਰੋਧੀ ਧਿਰ ਦੇ ਵਿੱਚ ਹੈ, ਕਾਂਗਰਸ ਦੀ ਹੁਣ ਕੀ ਮੰਗ ਹੈ? ਜਿਹੜਾ ਇਹ ਮਸਲਾ ਕਿਵੇਂ ਸੁਲਝਾਇਆ ਜਾਣਾ ਚਾਹੀਦਾ? ਦੇਖੋ, ਕਾਂਗਰਸ ਦੀ ਤਾਂ ਲਗਾਤਾਰ ਹੁੰਦਾ ਕਿ ਜਦੋਂ ਨਵੀਂ ਸਰਕਾਰ ਆਉਂਦੀ ਹੈ ਕਈ ਮੁੱਦਿਆਂ 'ਤੇ ਕਿਹਾ ਜਾਂਦਾ ਯਾਰ ਵੀ ਐਡੀ ਛੇਤੀ ਕੀ ਹੈਗਾ, ਜੇ ਸਮਾਂ ਦਿਓ। ਯਕੀਨਨ ਕਈ ਜਗ੍ਹਾ 'ਤੇ ਕਈ ਚੀਜ਼ਾਂ 'ਤੇ ਕਈ ਇਸ਼ੂਜ਼ 'ਤੇ ਸਮਾਂ ਚਾਹੀਦਾ ਵੀ ਹੁੰਦਾ ਸਰਕਾਰ ਨੂੰ, ਪਰ ਲਾਅ ਐਂਡ ਆਰਡਰ ਇੱਕ ਇਹੋ ਜਿਹਾ ਇਸ਼ੂ ਹੈ, ਬਿਜਲੀ ਦਾ ਇਸ਼ੂ ਇੱਕ ਇਹੋ ਜਿਹਾ ਇਸ਼ੂ ਹੈਗਾ ਜਿਹੜਾ ਸਮਾਜਿਕ ਸਿਸਟਮ ਨੂੰ ਠੇਸ ਪਹੁੰਚਾਉਣੀ ਜਾਂ ਤਹਿਸ-ਨਹਿਸ ਕਰਨਾ ਇੱਕ ਇਹੋ ਜਿਹੇ ਇਸ਼ੂਜ਼ ਹੈ ਜਿਹਦੇ ਲਈ ਤੁਸੀਂ ਕੋਈ ਸਮਾਂ ਨਹੀਂ ਲੈ ਸਕਦੇ, ਜਿਹਦੇ ਲਈ ਤੁਹਾਨੂੰ ਤਿਆਰੀ ਪਹਿਲੇ ਦਿਨ ਤੋਂ ਹੀ ਰੱਖਣੀ ਪੈਂਦੀ ਹੈ। ਤੁਸੀਂ ਹਰ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਹੈ,
ਨਾਕਾਮ ਕਰਨ ਦੀ ਕੋਸ਼ਿਸ਼ ਕਰਨੀ ਹੈ, ਨਾ ਕਿ ਮਾਹੌਲ ਬਣਾ ਕੇ ਫਿਰ ਐਕਸ਼ਨ ਕਰਨ ਦੀ ਕੋਸ਼ਿਸ਼ ਕਰਨੀ ਹੈ। ਇਹ ਜਿਹੜੀ ਕੋਸ਼ਿਸ਼ ਹੈਗੀ ਆ, ਔਰ ਜਿਹੜੀ ਇੱਕ ਰਾਜਨੀਤਿਕ ਪਾਰਟੀ ਮੇਨ ਆਪੋਜੀਸ਼ਨ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਜਿੱਥੇ ਬਾਕੀ ਮੁੱਦਿਆਂ ਤੇ ਇਸ ਕਹਿਣ ਨੂੰ ਸੰਕੋਚ ਨਹੀਂ ਕਰਦੀ ਵੀ ਜਿੱਥੇ ਸਮਾਂ ਦੇਣਾ ਹੈ ਕਿਸੇ ਵੀ ਪਾਰਟੀ ਨੂੰ ਆਪਦਾ ਪਾਲਿਸੀਜ਼ ਲੈ ਕੇ ਆਉਂਦਾ ਦਿੱਤਾ ਜਾਵੇ, ਪਰ ਇਹੋ ਜਿਹੀ ਚੀਜ਼ਾਂ ਲਈ ਸਮਾਂ ਨਹੀਂ, ਸੋਚ ਦੀ ਜ਼ਰੂਰਤ ਹੈ। ਸਹੀ ਡਾਇਰੈਕਟ ਉਹ ਐਕਸ਼ਨ ਹੀ ਡਿਲੇਡ ਹੈ। ਤੁਸੀਂ ਦੇਖੋ ਇੱਕ ਐਕਸ਼ਨ ਤੁਸੀਂ ਇਮੀਡੀਏਟਲੀ ਆਪ ਲੈ ਲੈਣਾ, ਇੱਕ ਤੁਸੀਂ ਦਿੱਲੀ ਤੋਂ ਲੈਣਾ। ਦਿੱਲੀ ਵਾਲੇ ਗੁਜਰਾਤ ਬੈਠੇ, ਉਹ ਗੁਜਰਾਤ 'ਚ ਅਨਾਊਂਸ ਕਰ ਰਹੇ ਆ ਵੀ ਅਸੀਂ ਪੰਜਾਬ 'ਚ ਹੋਣ ਨਹੀਂ ਦੇਣਾ। ਇਹ ਹੱਕ ਦਿੱਲੀ ਵਾਲਿਆਂ ਨੂੰ ਕਿਹਨੇ ਦੇਤਾ ਵੀ ਉਹ ਗੁਜਰਾਤ ਜਾ ਕੇ ਅਨਾਊਂਸ ਕਰਨ? ਇਹ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਔਰ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਨਿਗਰਾਨੀ ਹੇਠ ਹੁੰਦਾ। ਇਹ ਹੱਕ ਉਹਨਾਂ ਨੂੰ ਬਣਦਾ ਹੈ ਇਹ ਦੇਣ ਦਾ। ਤੇ ਜਦੋਂ ਤੁਸੀਂ ਹੱਕ ਹੀ ਗੁਜਰਾਤ ਤੱਕ ਪਹੁੰਚਾ ਤੇ ਦਿੱਲੀ ਪਹੁੰਚਾ ਕੇ, ਤਾਂ ਜਿਹੜੀਆਂ ਦੇਰੀਆਂ ਹੁੰਦੀਆਂ ਉਹਦਾ ਖਮਿਆਜਾ ਪੰਜਾਬ ਨੂੰ ਤੇ ਆਮ ਪਬਲਿਕ ਨੂੰ ਭੁਗਤਣਾ ਪੈ ਰਿਹਾ। ਮੁੱਖ ਮੰਤਰੀ ਸਾਹਿਬ ਨੇ ਤਾਂ ਕਹਿਤਾ ਇਹ ਦੋ ਪਾਰਟੀਆਂ ਦਾ ਮਸਲਾ ਸੀ। ਅਫਸੋਸ ਹੈ ਜੀ, ਜੇ ਤੁਸੀਂ ਇਸ ਤਰੀਕੇ ਨਾਲ ਇਹ ਸੋਚ ਰੱਖਦੇ ਹੈਗੇ ਹੋ ਤਾਂ ਮੈਂ ਕਹਿੰਦਾ ਕਿ ਜਿਹੜੇ ਵੀ ਇਸ ਦੇ ਵਿੱਚ ਇਨਵੋਲਵਡ ਹੈਗੇ ਆ ਉਹਨਾਂ ਨੂੰ ਪੁੱਛਿਆ ਜਾਵੇ। ਮੈਂ ਤਾਂ ਕਹਿੰਦਾ ਜੇ ਤੁਸੀਂ ਹਰ ਚੀਜ਼ ਨੂੰ ਇੱਕ ਸਿਆਸੀ ਰੰਗ ਹੀ ਦੇਣਾ, ਦੇਖੋ ਤੁਸੀਂ ਮੈਨੂੰ ਸਵਾਲ ਪੁੱਛ ਰਹੇ ਹੋ, ਮੈਂ ਇਸੇ ਚੀਜ਼ ਤੋਂ ਪਰੇ ਉੱਠ ਕੇ ਇੱਕ ਤੁਹਾਡੇ ਨਾਲ ਸਿੱਧੀ ਗੱਲਬਾਤ ਦੇ ਜ਼ਰੀਏ ਤੁਹਾਨੂੰ ਦੱਸ ਰਿਹਾ। ਪਰ ਜੇ ਐਜ਼ ਅ ਸਟੇਟ ਹੈਡ ਤੁਸੀਂ ਆਹ ਸੋਚ ਰੱਖ ਕੇ ਚੱਲੋਗੇ ਤਾਂ ਇਹ ਜਿਹੜੇ ਮਸਲੇ ਹੈਗੇ ਆ ਇਹ ਇਸ ਤਰੀਕੇ ਨਾਲ ਹੱਲ ਨਹੀਂ ਹੋਣਗੇ, ਬਿਕੋਜ਼ ਤੁਸੀਂ ਤਾਂ ਫਿਰ ਸੱਚਾਈ ਨਹੀਂ ਜਾਣ ਰਹੇ, ਤੁਸੀਂ ਤਾਂ ਸੱਚਾਈ ਵਾਲੇ ਪਾਸੇ ਜਾ ਹੀ ਨਹੀਂ ਰਹੇ। ਤੁਸੀਂ ਤਾਂ ਇਸ ਨੂੰ ਵੀ ਇੱਕ ਰਾਜਨੀਤਿਕ ਮੁੱਦਾ ਬਣਾ ਕੇ ਆਪਦੇ ਗਲਿਆਂ ਲਾਉਣਾ ਚਾਹੁੰਦੇ ਹੋ। ਇਹ ਕਿੰਨੀ ਕੁ ਦੇਰ ਤੱਕ ਇਹ ਚੱਲੂਗਾ? ਇਹ ਬਾਹਲੀ ਦੇਰ ਤੱਕ ਨਹੀਂ ਚੱਲ ਸਕੂਗਾ। ਆਖਰੀ ਕਮੈਂਟ, ਹੁਣ ਸ਼ਾਂਤੀ ਕਿਵੇਂ ਸਥਾਪਿਤ ਹੋਏਗੀ? ਦੇਖੋ ਮੇਰੇ ਹਿਸਾਬ ਨਾਲ ਪਟਿਆਲੇ ਦੇ ਲੋਕ ਔਰ ਪੰਜਾਬ ਦੇ ਲੋਕ ਬਖੂਬੀ ਇਹ ਚੀਜ਼ਾਂ ਨੂੰ ਜਾਣਦੇ ਆ, ਔਰ ਇਸ ਤਰੀਕੇ ਦੇ ਮਾਹੌਲ ਜੇ ਕਈ ਵਾਰ ਬਣ ਵੀ ਜਾਂਦਾ ਹੈ ਔਰ ਜਿਵੇਂ ਬਣ ਗਿਆ, ਅਖੀਰ ਦੇ ਵਿੱਚ ਪਬਲਿਕ ਨੇ ਹੀ ਸਾਥ ਦਿੱਤਾ। ਜਿਹੜੇ ਉੱਥੇ ਪਹੁੰਚੇ ਸੀ ਉਹਨਾਂ ਸਾਰਿਆਂ ਨੇ ਇਹ ਮਹਿਸੂਸ ਕੀਤਾ, ਜਿਸ ਕਰਕੇ ਅਮਨ ਤੇ ਸ਼ਾਂਤੀ ਆਈ। ਔਰ ਇਹੀ ਸੋਚ ਔਰ ਇਹੀ ਅਪੀਲ ਸਭ ਲਈ ਹੈ ਕਿ ਜਿਹੜਾ ਇੱਕ ਆਪਣਾ ਆਪਸ ਦੇ ਵਿੱਚ ਇਹ ਰਿਸ਼ਤਾ ਹੈਗਾ, ਅਟੁੱਟ ਬੰਧਨ ਹੈਗਾ, ਜਿਹਨੂੰ ਆਪਾਂ 9 ਮਾਸ ਦਾ ਰਿਸ਼ਤਾ ਕਹਿੰਦੇ ਆ, ਇਹਨੂੰ ਬਰਕਰਾਰ ਰੱਖਣ ਲਈ ਆਪਾਂ ਨੂੰ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸੇ ਘਟਨਾ ਜੁੜਿਆ ਹੋਇਆ ਇੱਕ ਹੋਰ ਸਵਾਲ, ਅੱਜ ਮੀਡੀਆ ਦੇ ਵਿੱਚ ਵੀ ਖਬਰਾਂ ਆਈਆਂ ਕਿ ਇੱਕ ਵਿਅਕਤੀ ਦੇ ਗੋਲੀ ਲੱਗੀ। ਹੁਣ ਗੋਲੀ ਕਹਿੰਦੇ ਨੇ ਕੱਢੀ ਨਹੀਂ ਜਾ ਰਹੀ, ਤੁਹਾਨੂੰ ਕੀ ਲੱਗਦਾ ਉਹ ਗੋਲੀ ਕਿਉਂ ਨਹੀਂ ਕੱਢੀ ਜਾ ਰਹੀ? ਕਹਿੰਦੇ ਨੇ ਇਸ ਮਸਲੇ ਨੂੰ ਦਬਾਉਣ ਦੇ ਲਈ ਕਿ ਕਿਤੇ ਗੋਲੀ ਬਾਹਰ ਨਿਕਲੇਗੀ, ਪਤਾ ਲੱਗੇਗਾ ਕਿਸ ਵੱਲੋਂ ਚਲਾਈ ਗਈ ਹੈ। ਪਹਿਲਾਂ ਤਾਂ ਮੀਡੀਆ ਜਿਹੜੀ ਤੀਸਰੀ ਅੱਖ ਹੈ ਜਮਹੂਰੀਅਤ ਦੀ, ਇਹ ਚੀਜ਼ ਨੂੰ, ਕਿਉਂਕਿ ਜੇ ਇਹ ਤਾਂ ਤੁਹਾਡੇ ਜ਼ਰੀਏ ਮੈਨੂੰ ਹੁਣ ਪਤਾ ਲੱਗ ਰਿਹਾ, ਔਰ ਮੇਰਾ ਨਹੀਂ ਖਿਆਲ ਹੈ ਹਜੇ ਇਸ ਕਿਸਮ ਦੀ ਖਬਰ ਜਿਹੜੀ ਹੈਗੀ ਹੈ ਜੇ ਸੱਚਾਈ ਹੈ, ਕਿਉਂਕਿ ਇਹ ਵੀ ਬੜਾ ਜ਼ਰੂਰੀ ਹੈਗਾ ਕਿ ਕਿਸੇ ਕਿਸਮ ਦੀ ਅਫਵਾਹ ਜਿਹੜੀ ਹੈਗੀ ਆ ਉਸ ਤੋਂ ਪਰਹੇਜ਼ ਕਰਨਾ ਚਾਹੀਦਾ। ਪਰ ਜੇ ਇਸ ਗੱਲ 'ਚ ਕੋਈ ਸੱਚਾਈ ਹੈਗੀ ਆ, ਇਹ ਸੱਚਾਈ ਤੱਕ ਪਹਿਲਾਂ ਜਿਹੜਾ ਸਾਡੀ ਜਿਹੜੀ ਤੀਸਰੀ ਅੱਖ ਹੈ ਉਹ ਪਹੁੰਚ ਕਰੇ, ਔਰ ਜੋ ਫਿਰ ਇੱਕ ਰਾਜਨੀਤਿਕ ਪਾਰਟੀ ਦੀ ਜ਼ਿੰਮੇਵਾਰੀ ਹੋਊਗੀ ਉਹ ਕਾਂਗਰਸ ਪਾਰਟੀ ਨਿਭਾਊਗੀ। ਇਸ ਨਾਲ ਕੈਪਟਨ ਸੰਦੀਪ ਸੰਧੂ ਕਹਿੰਦੇ ਨੇ ਕਿ ਪਟਿਆਲਾ ਵਾਲੀ ਘਟਨਾ ਦੇ ਉੱਪਰ ਕਿਸੇ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਮੌਜੂਦਾ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੂੰ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਸੁਲਝਾਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਬਰਕਰਾਰ ਰਹਿ ਸਕੇ। ਕੈਮਰਾਮੈਨ ਸੁਖਰਾਜ ਰੰਧਾਵਾ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ, ਚੰਡੀਗੜ੍ਹ।